देश दुनिया च वसते पंजाबियों ਨੂੰ ਜੀ ਆਇਆਂ। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, तुहानूं याद होना कि ਅਸੀਂ अपने एक सैगमेंट च एक बार कहा सी कि अस्तीफा देणगे जथेदार। बिल्कुल बड़ी तरह के प्रतिक्रम आए सी, लेकिन साडी वो रिपोर्ट पुख्ता सी कि जथेदार जेब च अस्तीफा लैके चल रहे आ कि जे गल मन्नी गई तां रवांगे, नहीं तां छड्ड देंगे। एक निजी चैनल नाल इंटरव्यू दौरान जोगविंदर पटियाल उन्हां नाल गलबात करदे आ और उन्हां नूं जथेदार साहब कहंदे आ कि मैं सोचिया सी कि जे दोषी जाणगे नहीं तां असीं जावांगे। हुण ਉਹ ਅਲੈਬੋਰੇਟ ਕਰਨ ਲਈ ਕਹਿੰਦੇ ਆ, ਕਹਿੰਦੇ ਨਹੀਂ ਜੀ ਮੈਂ ਮਨ ਬਣਾਇਆ ਸੀ ਕਿ ਚਲੋ ਫਿਰ ਮਾਫੀ ਮੰਗ ਲਵਾਂਗੇ ਜੀ, ਮੈਂ ਤਖਤ ਸਾਹਿਬ ਦਮਦਮਾ ਸਾਹਿਬ 'ਚ ਸੇਵਾ ਕਰਕੇ ਖੁਸ਼ ਹਾਂ। ਸਵਾਲ ਇਹ ਹੈ ਕਿ ਅੱਜ ਜਦੋਂ ਵੱਖ-ਵੱਖ ਪਾਸਿਓਂ ਪ੍ਰਤੀਕਰਮ ਆ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵਾਪਰੇ ਘਟਨਾਕ੍ਰਮ ਦੇ ਉੱਤੇ ਠੀਕ ਹੋਇਆ, ਗਲਤ ਹੋਇਆ, ਕਿਵੇਂ ਹੋਇਆ, ਕੀ ਹੋਣਾ ਚਾਹੀਦਾ, ਇੱਕ ਆਬਜੈਕਸ਼ਨ ਆਉਂਦਾ ਹੈ ਉਹਨਾਂ ਜਥੇਬੰਦੀਆਂ ਤੇ ਉਹ ਪੰਥਕ ਲੋਕਾਂ ਤੇ ਜਿਹੜੇ ਬੜੀ ਦੇਰ ਦੇ ਕਹਿ ਰਹੇ ਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਲੋਕਤੰਤਰੀ ਢੰਗ ਨਾਲ ਬਦਲਣਾ, ਵੋਟਾਂ 'ਚ ਵੜ ਕੇ ਪ੍ਰਬੰਧ ਬਦਲਣਾ। ਉਹਨਾਂ ਦੇ ਵਿੱਚ ਭਾਈ ਰਣਜੀਤ ਸੋਮੀ ਨੇ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਨੇ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਉਹਨਾਂ ਦੇ ਨਾਲ ਬ੍ਰਹਮਪੁਰਾ ਵੀ ਬਾਰ-ਬਾਰ ਇਹੀ ਕਹਿੰਦੇ ਰਹੇ ਆ ਕਿ ਅੰਦਰ ਬੜਾ ਕੁਝ ਇਹ ਸਿਸਟਮ ਬਦਲਣਾ ਹੈ, ਬਾਦਲ ਬਾਹਰ ਕਰਨੇ। और मनजीत सिंह जीके भी यही गल कह रहे। होर भी कई जथेबंदियां जिन्हां दे विच कई दल ते कई संप्रदावां ने जिहड़ियां लगियां होईयां। सरदार रविंदर सिंह सारियां तो प्रमुख ने जिहड़े कि श्रोमणी अकाली दल 1920 दे करता धरता प्रधान ने। सवाल यह है एडा वड्डा मसला पैदा हो गया, कोई फेसबुक दे उत्ते एक टिप्पणी लिख देवे 295 ए दे तहत परचा दर्ज हो जांदा। बिल्कुल ਅੱਜ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਇਹ ਸਾਰੀਆਂ ਅਲੰਬਰਦਾਰੀ ਦੀਆਂ, ਦਾਅਵੇਦਾਰੀ ਦੀਆਂ ਗੱਲਾਂ ਕਰਨ ਵਾਲੇ ਲੋਕ ਕਿੱਥੇ ਨੇ? ਅੱਜ ਕਿੰਨੇ ਕੁ ਕ੍ਰਿਮੀਨਲ FIRs ਲਈ ਐਪਲੀਕੇਸ਼ਨਸ ਗਈਆਂ, ਦਰਖਾਸਤਾਂ ਗਈਆਂ। ਮੈਨੂੰ ਸ਼ੱਕ ਹੈ ਕਿ ਇਹ ਸਾਰੇ ਦੇ ਸਾਰੇ ਲੋਕ ਸਿਰਫ ਤੇ ਸਿਰਫ ਖਾਨਾ ਪੂਰਤੀ ਕਰਦੇ ਆ, ਮਹਿਜ ਰਸਮ ਤੱਕ ਸੀਮਤ ਹੈ। ਸਿੱਖਾਂ ਦੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਚਲੇ ਗਏ ਜਿਨ੍ਹਾਂ ਦਾ ਕੋਈ ਥੋ ਪਤਾ ਨਹੀਂ ਕਿ ਕੌਣ ਕਿਹਨੂੰ ਦੇ ਗਿਆ। ਉਹਦਾ ਨਾ ਖਾਸਤਾ ਜੇ ਕਿਸੇ ਗਲਤ ਹੱਥਾਂ 'ਚ ਹੋਣ ਤੇ ਕੀ ਕਰ ਲੋਗੇ? ਕੀ ਇੱਕ ਵਾਰੀ ਫਿਰ ਕੌਮ ਸੜਕਾਂ ਤੇ ਆਊ? ਕੀ ਇੱਕ ਵਾਰੀ ਫਿਰ ਭਾਵਨਾਵਾਂ ਬਲੂੰਦਰਨ ਦਾ ਜ਼ਿਕਰ ਬਾਰ-ਬਾਰ ਹੋਊ? ਅਜੇ ਇੱਕ ਬੇਅਦਬੀ ਭੁੱਲੀ ਨਹੀਂ ਕਿ ਅਸੀਂ ਸੈਂਕੜੇ ਬਰਦਾਸ਼ਤ ਕਰਨ ਦੇ ਸਥਿਤੀ 'ਚ। ਸਰਦਾਰ ਸਾਹਿਬ, ਵੱਡਾ ਸਵਾਲ ਹੈ। ਅੱਜ ਸਿੰਘ ਸਾਹਿਬ ਨੇ ਜਿਹੜੀ ਇੰਟਰਵਿਊ ਦਿੱਤੀ ਉਹਦੇ ਕਈ ਪੱਖ ਨੇ। ਮੈਂ ਸਮਝਦਾ ਹੈ ਕਿ ਸਭ ਤੋਂ ਪਹਿਲਾਂ ਉਹ ਲੋਕ ਜਿਹੜੇ ਬਾਹਰ ਬਹਿ ਕੇ ਕਹਿੰਦੇ ਸੀ ਕਿ ਕੁਝ ਬਦਲਣ ਵਾਲਾ ਹੈ, ਕੁਝ ਗਲਤ ਹੋ ਰਿਹਾ, ਅੱਜ ਜਦੋਂ ਸਭ ਕੁਝ ਕਟਹਿਰੇ 'ਚ ਆ ਉਦੋਂ ਉਹ ਇੱਕ ਹੱਥ ਅੱਗੇ ਨਹੀਂ ਵਧਾ ਰਹੇ। ਉਹ ਕਿਸੇ ਜਗ੍ਹਾ ਤੇ 295 ਏ ਜਿਹਨੂੰ ਕਹਿੰਦੇ ਹੋ ਤੁਸੀਂ, ਭਾਵਨਾਵਾਂ ਦੇ ਖਿਲਵਾੜ ਦਾ ਮਸਲਾ ਦਰਜ ਨਹੀਂ ਕਰਾ ਰਹੇ। ਸੋ ਮੈਨੂੰ ਇੰਜ ਲੱਗਦਾ ਕਿ ਇੱਥੇ ਕੁਝ ਦਾਲ ਚ ਕਾਲਾ ਹੈ। ਇਹ ਕਿਉਂ ਨਹੀਂ ਅੱਗੇ ਵਧ ਰਹੇ? ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਇੱਕ ਆਮ ਸਾਡੇ ਕਹਿੰਦੇ ਨੇ ਕਿ ਗੱਲੀ ਬਾਤੀ ਬੀਬੀ 5000 ਕੰਮ ਕਰਨ ਨੂੰ ਕਰਮਾਂ ਦੀ ਮਾਰੀ। ਅੱਜ ਹਾਲਾਤ ਉਹ ਬਣ ਗਏ ਨੇ ਜੀ। ਕੱਲ ਤੱਕ ਤੁਸੀਂ ਬਰਗਾੜੀ ਨੂੰ ਲੈ ਕੇ, ਕੋਟਕਪੂਰੇ ਨੂੰ ਲੈ ਕੇ, ਬਾਈਬਲ ਕਲਾਂ ਨੂੰ ਲੈ ਕੇ ਅਜੇ ਵੀ ਤੁਸੀਂ ਸੜਕਾਂ ਤੇ ਬੈਠਣ ਨੂੰ ਤਿਆਰ ਹੋ, ਜਦ ਕਿ ਸਾਰੀਆਂ ਏਜੰਸੀਆਂ ਕੋਈ ਅੱਧਾ ਤੱਥ ਲਈ ਫਿਰਦੀ, ਕੋਈ ਪੂਰਾ ਤੱਥ ਲਈ ਫਿਰਦੀ ਹੈ ਜੀ। ਇੱਕ ਇਹ 328 ਸਰੂਪਾਂ ਦਾ ਮਸਲਾ ਜਿਹੜਾ ਹੈ ਉਹਦੇ ਉੱਤੇ ਤੁਹਾਡੇ ਜ਼ੋਰ ਪਾਉਣ ਤੋਂ ਬਗੈਰ ਜੀ ਸ਼ਿਕਾਇਤਕਰਤਾ ਇੱਕ ਵੱਖਰੀ ਧਿਰ, ਜਾਂਚਕਰਤਾ ਇੱਕ ਵੱਖਰੀ ਧਿਰ, ਉਹਨਾਂ ਨੇ ਜਿਹੜੀ ਸਭ ਤੋਂ ਅਹਿਮ ਜਿਹੜੀ ਤਸਦੀਕ ਕਰ ਦਿੱਤੀ ਹੈ ਕਿ ਹਾਂ ਜੁਰਮ ਹੋਇਆ, ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗਾਇਬ ਹੋਏ, ਕੀਤੇ ਗਏ। ਲੇਕਿਨ ਅਗਲਾ ਪੜਾਅ ਜਿਹੜਾ ਸੀ ਉਹ ਤੈਅ ਨਹੀਂ ਕੀਤਾ। ਉਹ ਪੜਾਅ ਸੀ ਕਿ ਦੋਸ਼ੀ ਵੀ ਤੁਹਾਡੇ ਸਾਹਮਣੇ ਆ ਗਏ। ਇਹ ਦੋਸ਼ੀ ਸੀ ਜਿਨ੍ਹਾਂ ਨੇ ਆਪਣੀ ਕਲਮ ਨਾਲ, ਜਿਨ੍ਹਾਂ ਨੇ ਆਪਣੇ ਅਧਿਕਾਰ ਦੇ ਨਾਲ, ਜਿਨ੍ਹਾਂ ਨੇ ਆਪਣੇ ਪੈਸੇ ਦੇ ਨਾਲ, ਜਿਨ੍ਹਾਂ ਨੇ ਆਪਣੇ ਦਬਾਅ ਦੇ ਨਾਲ ਇਹ ਸਰੂਪ ਜਿਹੜੇ ਸੀ ਬਾਹਰ ਕੀਤੇ ਇਸ ਨਿਜ਼ਾਮ ਚੋਂ। ਲੇਕਿਨ ਸਵਾਲ ਫਿਰ ਉਹੀ ਤੁਹਾਡੇ ਵਾਲਾ ਕਿ ਆਖਰ ਉਹ ਸਰੂਪ ਕਿੱਥੇ ਨੇ? ਜਦੋਂ ਤੁਸੀਂ ਕੱਲ ਨੂੰ ਇਹਨਾਂ ਲੋਕਾਂ ਨੂੰ ਅਦਾਲਤ ਦੇ ਵਿੱਚ ਦੋਸ਼ੀ ਕਰਾਰ ਦੇ ਕੇ ਲਿਜਾਓਗੇ, ਅਦਾਲਤ ਪੁੱਛੇਗੀ ਜਿਹੜੇ ਤੁਹਾਡੇ ਪਾਵਨ ਸਰੂਪ ਗਾਇਬ ਹੋ ਗਏ ਸੀ, ਚੋਰੀ ਹੋ ਗਏ ਸੀ, ਉਹ ਬਰਾਮਦ ਕਿੱਥੋਂ ਹੋਏ ਨੇ ਜੀ? ਲਿਆਓ।
ਫਿਰ ਇਹ ਸਾਰਾ ਕੁਝ ਜਿਹੜਾ ਰੇਤ ਦੇ ਮਹਿਲ ਵਾਂਗ ਥੱਲੇ ਗਿਰ ਜਾਵੇਗਾ। ਸਰਦਾਰ ਸਾਹਿਬ, ਹਰ ਚੀਜ਼ 'ਚ ਕਾਲੀ ਹੁੰਦੀ ਹੈ ਨਾ ਜਦੋਂ, ਉਦੋਂ ਹੋਰ ਨਵੀਆਂ ਚੀਜ਼ਾਂ ਸ਼ੱਕ 'ਚ ਆਉਂਦੀਆਂ ਜੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਸਾਲਾਂ ਤੱਕ ਰਾਜ ਕਰਨ ਵਾਲੇ ਬੜੇ ਤੇਜ਼ਤਰਾਰ ਹੁੰਦੇ, ਉਹਨਾਂ ਦੇ ਹੱਥ ਬੜੇ ਲੰਬੇ ਹੁੰਦੇ ਆ, ਉਹਨਾਂ ਸਾਧਨ ਬੇਸ਼ੁਮਾਰ ਹੁੰਦੇ, ਲੇਕਿਨ ਕੁਦਰਤ ਦੀ ਕਰੋਪੀ ਬੜਾ ਕੁਝ ਧੁੰਦਲਾ ਕਰ ਦਿੰਦੀ, ਨਾਲ ਤੁਰਦੀ ਆ। ਔਰ ਜਦੋਂ ਇਹ ਫੈਸਲੇ ਲਏ ਗਏ, ਉਦੋਂ ਸਭ ਤੋਂ ਪਹਿਲਾਂ ਇਹ ਬਣਦਾ ਸੀ ਕਿ ਜਿਹੜੀ ਰਿਪੋਰਟ 10 ਸਫ਼ਿਆਂ ਦੀ, ਉਹਦੇ ਆਧਾਰ ਤੇ ਤੁਰੰਤ ਇੱਕ FIR ਬਣਦੀ ਸੀ ਰਿਪੋਰਟ ਭੇਜ ਕੇ। ਬਿਲਕੁਲ, ਕਿ ਇੱਕ ਕਮਿਸ਼ਨ ਬੈਠਿਆ, ਉਹਨੇ ਇਨਕੁਆਇਰੀ ਕਰਕੇ ਮੁੱਢਲੀਆਂ ਫਾਈਂਡਿੰਗਸ ਦਿੱਤੀਆਂ ਨੇ, ਉਹਦੇ ਉੱਤੇ ਕ੍ਰਿਮੀਨਲ ਐਕਟ ਲੱਗੇ। ਨੰਬਰ 2, ਸਭ ਤੋਂ ਵੱਡੀ ਗੱਲ ਕਿ ਤੁਸੀਂ ਕੁਝ ਲੋਕਾਂ ਨੂੰ ਘਰ ਭੇਜਤਾ, ਬਰਖਾਸਤ ਕਰਤਾ, ਜਿਹਨੂੰ ਤੁਸੀਂ ਟਰਮੀਨੇਸ਼ਨ ਕਹਿੰਦੇ ਹੋ। ਹੁਣ ਛੋਟੇ ਤੋਂ ਛੋਟਾ ਵਕੀਲ ਤੇ ਛੋਟੇ ਤੋਂ ਛੋਟਾ ਨੌਕਰੀ ਕਰਨ ਵਾਲਾ ਵੀ ਸਮਝਦਾ ਵੀ ਕਿਸੇ ਨੂੰ ਪੱਕੀ ਨੌਕਰੀ ਤੋਂ ਕੱਢਣਾ ਹੈ, ਤੇ ਉਹਨੂੰ ਤੁਸੀਂ ਪਹਿਲਾਂ ਸ਼ੋ ਕਾਜ਼ ਨੋਟਿਸ ਦਿੰਦੇ ਹੋ, ਉਹਨੂੰ ਕੋਈ ਫਰਲਾ ਫੜਾਉਂਦੇ ਹੋ ਵੀ ਆਹ ਤੇਰੇ ਤੇ ਦੋਸ਼ ਹੈ, ਸਸਪੈਂਡ ਕਰ ਸਕਦੇ ਹੋ, ਤੁਸੀਂ ਸਿੱਧਾ ਟਰਮੀਨੇਟ ਕਰ ਦਿਓ। ਕੋਈ ਵੀ ਅਦਾਲਤ ਪਹਿਲੇ 5 ਮਿੰਟ ਸੁਣਨ ਤੋਂ ਬਾਅਦ ਹੀ ਉਹਨਾਂ ਨੂੰ ਸਟੇ ਆਰਡਰ ਫੜਾਏਗੀ, ਉਹ ਤੁਹਾਨੂੰ ਆਣ ਕੇ ਫਿਰ ਸ਼ੀਸ਼ਾ ਵਿਖਾਉਣਗੇ, ਤੁਹਾਡਾ ਮੂੰਹ ਚੜਾਉਣਗੇ। ਇਹ ਕਾਲੀ ਚ ਕੀਤੀ ਕਾਰਵਾਈ ਚਲੋ ਬਣਦੀ ਆ, ਟਰਮੀਨੇਟ ਤਾਂ ਬਹੁਤ ਛੋਟੀ ਗੱਲ ਆ, ਮੈਨੂੰ ਲੱਗਦਾ ਮੌਕੇ ਤੇ ਪੁਲਿਸ ਬੁਲਾ ਕੇ ਉਹਨਾਂ ਨੂੰ ਹਵਾਲੇ ਕਰਨਾ ਚਾਹੀਦਾ ਸੀ, ਉਸ ਹੱਕ ਚ ਹੈ। ਲੇਕਿਨ ਇਹ ਕਾਲ ਨਾਲੋਂ ਹੁਣ ਸਵਾਲ ਅਗਲਾ ਵੀ ਪੈਦਾ ਹੁੰਦਾ ਕਿ ਜਦੋਂ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ, ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਜੇਕਰ ਇੱਕ ਕਲਰਕ ਨੇ ਸਰੂਪ ਕਿਸੇ ਨੂੰ ਦਿੱਤਾ ਹੈ ਤੇ ਉਹ ਕਿਸੇ ਅਧਿਕਾਰੀ ਜਾਂ ਕਿਸੇ ਸਿਆਸੀ ਬੰਦੇ ਦੇ ਕਹਿਣ ਤੇ ਦਿੱਤਾ ਹੋ ਸਕਦਾ। ਬਿਲਕੁਲ, ਤੇ ਜਿਸ ਅਧਿਕਾਰੀ ਨੇ ਸਿਆਸੀ ਬੰਦੇ ਦਾ ਫੋਨ ਸੁਣ ਕੇ ਅਗਲੇ ਮਤਾਤ ਨੂੰ, ਜਿਹੜਾ ਕਲਰਕ ਸੀ ਜਾਂ ਸੁਪਰਵਾਈਜ਼ਰ ਸੀ, ਉਹਨੂੰ ਕਿਹਾ ਦੇਣ ਲਈ, ਤੇ ਫਿਰ ਉਹ ਅਧਿਕਾਰੀ ਤੇ ਉਸ ਤੋਂ ਉੱਪਰਲਾ, ਉਹ ਜਿਹੜੇ ਸਭ ਤੋਂ ਥੱਲੇ ਬਰਖਾਸਤ ਕੀਤੇ ਵਾਲੇ ਨਾਲੋਂ ਕਿਸੇ ਵੀ ਲੈਵਲ ਤੇ ਘੱਟ ਗੁਨਾਹ ਨਹੀਂ ਹੈ। ਬਿਲਕੁਲ, ਉਹ ਜ਼ਿਆਦਾ ਖਤਰਨਾਕ ਆ। ਸਗੋਂ ਸਭ ਤੋਂ ਪਹਿਲਾਂ ਜਿਸ ਕਿਸੇ ਸਿਆਸੀ ਬੰਦੇ ਨੇ ਸਿਫਾਰਿਸ਼ ਕੀਤੀ ਹੋਵੇ, ਜਿਸ ਕਿਸੇ ਅਧਿਕਾਰੀ ਨੇ ਉਹ ਸਿਫਾਰਿਸ਼ ਰਿਸੀਵ ਕੀਤੀ, ਸੁਣੀ ਆ ਤੇ ਅੱਗੇ ਹੁਕਮ ਜਾਰੀ ਕੀਤਾ। ਸੋ ਇਹ ਪ੍ਰਕਿਰਿਆ ਨੂੰ ਅਨਫੋਲਡ ਨਹੀਂ ਕੀਤਾ ਗਿਆ, ਇਹਨੂੰ ਬਾਹਰ ਨਹੀਂ ਰੱਖਿਆ ਗਿਆ, ਇਹ ਵਰਕੇ ਅਜੇ ਥੱਲਣੇ ਬਾਕੀ ਆ ਕਿ ਕੀ ਰਿਪੋਰਟ ਦੇ ਵਿੱਚ ਸਾਰੇ ਉਹ ਸਰੂਪ ਪੈਸੇ ਦੀ ਖਾਤਰ ਵੇਚਤੇ ਗਏ, ਉਹ ਸਰੂਪ ਕਿਸੇ ਨੂੰ ਦਿੱਤੇ ਗਏ। ਜਦੋਂ ਇਹ ਤਿਆਂ ਫਰੋਲੀਆਂ ਜਾਣਗੀਆਂ ਤੇ ਬੜਾ ਕੁਝ ਨਿੱਤਰ ਕੇ ਆਊਗਾ। ਮੈਨੂੰ ਇਹ ਲੱਗਦਾ ਹੈ ਕਿ ਇਸ ਵਾਰੀ ਪੇਚਾ ਵੱਡਾ ਫਸ ਗਿਆ, ਸਿਆਸੀ ਮਾਹੌਲ ਕੁਝ ਹੋਰ ਦਿਸ਼ਾ ਨੂੰ ਜਾਊਗਾ। ਸਰਦਾਰ ਸਾਹਿਬ, ਤੁਸੀਂ ਤਾਂ ਵੇਚ ਰਹੇ ਹੋ, ਤੁਹਾਨੂੰ ਤਾਂ ਪਤਾ ਹੈ, ਗੱਲ ਐਰਕਾ ਵਿੰਗੀ ਹੋਊਗੀ। ਦੇਖੋ, ਪਹਿਲੀ ਗੱਲ ਤੇ ਆ ਕਿ ਜਦੋਂ ਤੁਸੀਂ ਫੈਸਲਾ ਲੈ ਰਹੇ ਹੋ ਆਬਜੈਕਟਿਵ ਦੇ ਵਿੱਚ ਜੀ, ਆਖਰਕਾਰ ਜਿਹੜਾ ਨੁਕਤਾ ਤੁਸੀਂ ਉਠਾਇਆ ਕਿ ਜਦੋਂ ਕਿਸੇ ਪੱਕੇ ਮੁਲਾਜ਼ਮ ਨੂੰ ਡਿਸਮਿਸ ਕਰ ਰਹੇ ਹੋ, ਉਹਨੂੰ ਕੁਛ ਨਾ ਕੁਛ ਤੇ ਦੋਗੇ, ਉਹਨੂੰ ਚਾਰਜ ਸ਼ੀਟ ਦੋਗੇ ਜਾਂ ਉਹਨੂੰ ਕੁਛ ਨੋਟਿਸ ਦੋਗੇ ਕਿ ਤੁਹਾਡੇ ਖਿਲਾਫ ਆਇਆ ਤੇ ਅਸੀਂ ਤੁਹਾਨੂੰ ਕਰ ਰਹੇ ਹਾਂ। ਲੇਕਿਨ ਤਲਖ ਹਕੀਕਤ ਇਹ ਆ ਕਿ ਕੱਲ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਮੁਲਾਜ਼ਮ ਆ ਕੇ ਹਾਜ਼ਰ ਰਹੇ ਜਿਨ੍ਹਾਂ ਨੂੰ ਉਸ ਆਬਜੈਕਟਿਵ ਨੇ 27 ਤਰੀਕ ਵਾਲੀ ਨੇ ਜਿਹੜਾ ਸੀਗਾ ਸਸਪੈਂਡ ਕੀਤਾ ਸੀ। ਔਰ ਤੁਸੀਂ ਦੇਖੋ ਕਿ ਉਹਨਾਂ ਮੁਲਾਜ਼ਮਾਂ ਨੂੰ ਸ਼ਾਮ ਨੂੰ ਇਹ ਕਹਿ ਦਿੱਤਾ ਗਿਆ ਕਿ ਕਾਰਜਕਾਰਣੀ ਦੇ ਮਤਾ ਨੰਬਰ ਇਹਨਾਂ ਅਨੁਸਾਰ ਤੁਹਾਨੂੰ ਮੁਅੱਤਲ ਕੀਤਾ ਜਾਂਦਾ, ਆਪਣੀ ਹਾਜ਼ਰੀ ਰਜਿਸਟਰ ਤੇ ਲਾ ਲਓ। ਉਹਨਾਂ ਨੂੰ ਅਜੇ ਤੱਕ ਕੋਈ ਲਿਖਤੀ ਆਰਡਰ ਨਹੀਂ ਦਿੱਤਾ ਗਿਆ, ਕੋਈ ਹੈੱਡਕੁਆਟਰ ਨਹੀਂ ਬਣਾਇਆ ਗਿਆ, ਹੈੱਡਕੁਆਟਰ ਅੰਮ੍ਰਿਤਸਰ ਰੱਖਿਆ ਗਿਆ। ਅੱਛਾ, ਉਹਦਾ ਕਾਰਨ ਕਿਉਂ ਆ ਕਿ ਜਦੋਂ ਲਿਖਤੀ ਦੇ ਦਿੱਤਾ ਤੇ ਅਗਲੇ ਤੁਹਾਡੇ ਕੋਲੋਂ ਅਦਾਲਤਾਂ 'ਚ ਪਹੁੰਚਣਗੇ ਇਸ ਹੁਕਮ ਨੂੰ ਲੈ ਕੇ ਜੀ। ਔਰ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਨੀਤੀ ਹੈ ਕਿ ਕਿਸੇ ਮੁਲਾਜ਼ਮ ਨੂੰ ਸਸਪੈਂਡ ਕਰੋ, ਉਹਨੂੰ ਮੁਅੱਤਲੀ ਦਾ ਆਰਡਰ ਨਾ ਦਿਓ ਤਾਂ ਕਿ ਉਹ ਤੁਹਾਨੂੰ ਚੁਣੌਤੀ ਨਾ ਦੇ ਸਕੇ। ਆਖਰ ਇਸ ਕਾਰਜਕਾਰਣੀ ਦੇ ਉਹ ਕਿਹੜੇ ਸਲਾਹਕਾਰ ਨੇ? ਨਹੀਂ ਸਰਦਾਰ ਜੀ, ਉਸ ਤੋਂ ਵੀ ਅਗਲੀ ਗੱਲ, ਜਿਹੜੀ ਸੰਸਥਾ ਦੀ ਉਮਰ 100 ਸਾਲ ਹੋ ਗਈ ਹੋਵੇ ਜੀ, ਕੀ ਉਹਦੇ ਕੋਲ ਸਮਰੱਥ ਵਕੀਲਾਂ ਦਾ ਪੈਨਲ ਨਹੀਂ ਸੀ? ਸਭ ਕੁਝ ਹੈ, ਜਦੋਂ ਖਰਚੇ ਕੱਢੋਗੇ ਸਭ ਕੁਝ ਹੈ। ਲੇਕਿਨ ਫਿਰ ਉਹ ਕਿੱਥੇ ਸੀ ਜਦੋਂ ਰਿਪੋਰਟ ਸਬਮਿਟ ਹੁੰਦੀ ਆ, ਐਗਜ਼ੈਕਟਿਵ ਬਾਡੀ ਦੀ ਮੀਟਿੰਗ ਸ਼ੁਰੂ ਹੁੰਦੀ ਆ, ਕਿ ਉਹਦੇ ਵਿੱਚ ਉਹ ਜਿਹੜੇ ਐਲਏ ਕਹਿੰਦੇ, ਜਿਹਨਾਂ ਨੂੰ ਲੀਗਲ ਐਡਵਾਈਜ਼ਰ ਕਹਿੰਦੇ ਆ, ਕੋਈ ਇੱਕ ਵੀ ਉਸ ਦਿਨ ਹਾਜ਼ਰ ਨਹੀਂ ਸੀ ਉੱਥੇ ਮੀਟਿੰਗ ਵਾਲੇ ਦਿਨ। ਤੇ ਫਿਰ ਸਭ ਤੋਂ ਪਹਿਲਾਂ ਤਾਂ ਕਿਸੇ ਤੇ ਵੀ ਕਾਨੂੰਨੀ ਨੁਕਤਾ ਨਿਗਾਹ ਤੋਂ ਗੱਲ ਕਰਨ ਤੋਂ ਪਹਿਲਾਂ ਜੀ ਉਹ ਕਹਿੰਦੇ ਜੀ ਲੀਗਲ ਐਡਵਾਈਜ਼ਰ ਦੀ, ਐਲਏ ਦੀ ਰਿਪੋਰਟ ਨੱਥੀ ਹੋਣੀ ਚਾਹੀਦੀ ਹੈ।
ਕਿ ਉਸ ਮੀਟਿੰਗ ਦੇ ਵਿੱਚ ਵਕੀਲ ਸੱਦਣੇ ਜ਼ਰੂਰੀ ਨਹੀਂ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਸਿਆਸੀ ਤੌਰ ਤੇ ਆਪਣੇ ਆਪ ਨੂੰ ਥਾਂ ਸਿਰ ਕਰਨ ਲਈ ਕਾਲ ਚ ਕੀਤੇ ਫੈਸਲੇ, ਮੈਨੂੰ ਤਾਂ ਇਹ ਵੀ ਲੱਗਦਾ ਕਿਤੇ ਕਿਤੇ। ਮੈਂ ਤਾਂ ਸਵਾਲ ਹੋਰ ਕਰਨ ਲੱਗਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਜੀ, ਜਿਹੜੇ ਐਡੀਸ਼ਨਲ ਸਕੱਤਰ ਤੇ ਸਕੱਤਰ ਨੇ, ਕੀ ਉਹ ਸ਼੍ਰੋਮਣੀ ਕਮੇਟੀ ਦੇ ਸਰਵਿਸ ਰੂਲਾਂ ਤੋਂ ਅਣਜਾਣ ਨੇ, ਜਿਨ੍ਹਾਂ ਦੇ ਲਈ ਕੋਈ ਵੱਡੀ ਪੜ੍ਹਾਈ, ਵਿਸ਼ੇਸ਼ ਪੜ੍ਹਾਈ ਦੀ ਲੋੜ ਨਹੀਂ ਹੈ? ਜੀ, ਆਖਰਕਾਰ ਤੁਸੀਂ ਭਰਤੀ ਹੋਏ, ਤੁਸੀਂ ਗ੍ਰੇਡ ਲਏ, ਤੁਸੀਂ ਤਰੱਕੀ ਲੈਂਦੇ ਹੋ, ਤੁਸੀਂ ਹਰ ਸਾਲ ਸਰਵਿਸ ਰੂਲ ਕੱਢਦੇ ਹੋ, ਮੇਰੀ ਇੰਨੀ ਸਰਵਿਸ ਹੋ ਗਈ, ਮੈਨੂੰ ਆਹ ਗ੍ਰੇਡ ਦਿਓ, ਹੁਣ ਮੇਰੀ ਆਹ ਯੋਗਤਾ ਹੋ ਗਈ, ਵਿਦਿਅਕ ਯੋਗਤਾ, ਮੈਨੂੰ ਆਹ ਗ੍ਰੇਡ ਦਿਓ। ਕੀ ਉਹ ਐਡੀਸ਼ਨਲ ਸਕੱਤਰ ਤੇ ਸਕੱਤਰ ਕੋਈ ਵੀ ਐਸਾ ਸਮਰੱਥ ਨਹੀਂ ਜਿਹੜਾ ਸਿੱਖ ਗੁਰਦੁਆਰਾ ਐਕਟ ਦਾ ਜਾਣਕਾਰ ਹੋਵੇ, ਸਰਵਿਸ ਰੂਲ ਦਾ ਜਾਣਕਾਰ ਹੋਵੇ? ਤੇ ਜੇ ਉਹ ਅਣਜਾਣ ਨੇ ਤੇ ਫਿਰ ਉਹਨਾਂ ਨੂੰ ਵੀ ਨਾਲ ਤੋਰਨ ਦਾ ਕੀ ਤੁਕ ਕੀ ਰਹਿ ਗਿਆ ਤੁਹਾਡੇ ਕੋਲ? ਨਹੀਂ ਸਰਦਾਰ ਜੀ, ਬਿਲਕੁਲ ਠੀਕ ਗੱਲ ਆ। ਜੇਕਰ ਸਿਆਸੀ ਨੁਕਤਾ ਨਿਗਾਹ ਤੋਂ ਵੀ ਫੈਸਲਾ ਲੈਣਾ ਸੀ, ਮੈਂ ਤਾਂ ਪਹਿਲੀ ਗੱਲ ਤੇ ਮੁੜ ਆਉਣਾ ਹੈ। ਫਿਰ ਮੈਨੂੰ ਲੱਗਦਾ ਸੀਗਾ ਕਿ ਜਿਹੜੇ ਲੋਕ ਪਿਛਲੇ, ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ 18 ਸਤੰਬਰ ਵਾਲੇ ਦਿਨ, ਪੁਰਾਣੀ ਐਗਜ਼ੈਕਟਿਵ, ਉਹਦੇ ਕੁਝ ਮੈਂਬਰ ਇਹਦੇ ਵਿੱਚ ਵੀ ਹੋਣਗੇ। ਬਿਲਕੁਲ ਕੁਦਰਤੀ ਤੌਰ ਤੇ ਕੋਈ 2-4 ਹੋਣਗੇ। ਰਜਿੰਦਰ ਸਿੰਘ ਮਹਿਤਾ, ਮੈਨੂੰ ਇੰਜ ਲੱਗਦਾ ਹੈ ਕਿ ਇਹ ਜਦੋਂ ਫੈਸਲੇ ਲਏ ਗਏ ਨੇ, ਕਿਉਂਕਿ ਅੱਜ ਇੱਕ ਗੱਲ ਜਿਹੜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੁੱਤੇ ਸਿੱਧੀ ਕਹੀ ਆ, ਤਨਖਾਹ ਤਾਂ ਲੱਗੂ। ਹੁਣ ਇਹ ਲਫ਼ਜ਼ ਉਹਨਾਂ ਨੇ ਵਰਤੇ ਨੇ, ਫਿਰ ਬੜਾ ਸਾਫ਼ ਹੈ। ਇਹ ਸਵਾਲ ਅਸੀਂ ਉਸ ਦਿਨ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵੀ ਉਠਾਇਆ ਸੀ ਕਿ ਜਿਹੜੇ ਮੈਂਬਰ ਉਸ ਆਬਜੈਕਟਿਵ ਦੇ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ 18/9 ਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਸਪਸ਼ਟੀਕਰਨ ਦੇਣਾ, ਉਹ ਅੱਜ ਦੀ ਇਸ ਮੀਟਿੰਗ 'ਚ ਫੈਸਲਾ ਲੈਣ ਵਾਲੇ ਕਿਸ ਤਰ੍ਹਾਂ ਬੈਠੇ ਨੇ ਜੀ। ਔਰ ਜਿਹੜੀ ਸਭ ਤੋਂ ਅਹਿਮ ਹੈ, ਹੁਣ ਜਥੇਦਾਰ ਸਾਹਿਬ ਜੋ ਮਰਜ਼ੀ ਕਹਿਣ, ਇੱਕ ਇਸ ਜਾਂਚ ਦਾ ਹੋਰ ਪਹਿਲੂ ਜਿਹੜਾ ਅਜੇ ਤੱਕ ਸਾਹਮਣੇ ਨਹੀਂ ਆਇਆ। ਜਦੋਂ ਇਹ ਜਾਂਚ ਸ਼ੁਰੂ ਹੋਈ ਸੀ ਤੇ ਸਭ ਤੋਂ ਪਹਿਲਾਂ ਜਾਂਚ ਅਧਿਕਾਰੀ ਜਿਹੜੇ ਨੇ ਭਾਈ ਈਸ਼ਰ ਸਿੰਘ, ਉਹਨਾਂ ਨੇ ਕਿਹਾ ਸੀ ਕਿ ਉਸ ਜਗ੍ਹਾ ਤੇ ਜਿੰਨੇ CCTV ਕੈਮਰੇ ਲੱਗੇ ਸੀਗੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਲੇ ਦੁਆਲੇ, ਉਹ ਸਾਰੇ ਨਹੀਂ ਸੀ। ਆਖਰ ਉਹ CCTV ਕੈਮਰੇ ਕਿਹਨੂੰ ਉਤਾਰੇ? ਜਿਹੜੇ ਅਧਿਕਾਰੀ ਦੇ ਹੁਕਮਾਂ ਨਾਲ ਉਤਾਰੇ ਗਏ। ਔਰ ਜਦੋਂ ਕਵਲਜੀਤ ਸਿੰਘ ਉਹਨਾਂ ਅਧਿਕਾਰੀਆਂ ਦਾ ਆਪਣੀ ਸ਼ਿਕਾਇਤ ਦੇ ਵਿੱਚ ਨਾਂ ਲੈ ਰਿਹਾ, ਫਿਰ ਉਹਨਾਂ ਬਾਰੇ, ਉਸ CCTV ਬਾਰੇ, ਕਿਉਂਕਿ CCTV ਜਿਹੜੇ ਸਨ ਉਹ ਪੂਰੇ ਗੁਰੂ ਗ੍ਰੰਥ ਸਾਹਿਬ ਭਵਨ ਦੀ ਸੁਰੱਖਿਆ ਦੇ ਲਖਾਇਕ ਸਨ। ਆਖਰ ਉਹ ਗੁਨਾਹ ਘੱਟ ਸੀ ਕੋਈ? ਸਰਦਾਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਲੜੀ ਦਰ ਲੜੀ, ਕੜੀ ਦਰ ਕੜੀ, ਕਈ ਚੀਜ਼ਾਂ ਜੁੜਦੀਆਂ, ਗਲਤੀ ਤੇ ਗਲਤੀ। ਔਰ ਇੱਕ ਹੋਰ ਚੀਜ਼, ਜਿਹੜੀ ਗੱਲ ਕੱਲ ਬਕਾਇਦਾ, ਕੱਲ ਜੋ ਕਿ ਸਾਡੇ ਕੋਲ ਇੱਕ ਦਸਤਾਵੇਜ਼ ਸਾਹਮਣੇ ਆਇਆ, ਸਰਦਾਰ ਹਰਪਾਲ ਸਿੰਘ ਨੇ, ਕੋਈ HS ਐਸੋਸੀਏਟਸ ਹੈ, ਚਾਰਟਰਡ ਅਕਾਊਂਟੈਂਟ ਨੇ, ਬਕਾਇਦਾ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਸਰਟੀਫਾਈਡ ਆਡੀਟਰ ਨੇ, ਗਵਰਨਮੈਂਟ ਆਡੀਟਰ ਨੇ। ਉਹਨਾਂ ਨੇ 2012-13 ਤੇ 2013-14 ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੇ ਗੁਰਦੁਆਰਿਆਂ ਦਾ ਆਡਿਟ ਕਰਨਾ ਸੀ। ਉਹਨਾਂ ਦੀ ਇੱਕ ਰਿਪੋਰਟ ਅੱਜ ਕੁਝ ਅਖਬਾਰਾਂ 'ਚ ਛਪੀ ਆ, ਮੇਰੇ ਕੋਲ ਵੀ 7 ਪੇਜ ਦੀ ਰਿਪੋਰਟ ਆਈ ਆ, ਤੁਹਾਨੂੰ ਵੀ ਭੇਜੀ ਆ। ਉਸ ਰਿਪੋਰਟ ਦੇ ਵਿੱਚ ਇੱਕ ਬੜੀ ਸਾਫ਼ ਗੱਲ ਆਈ ਆ ਕਿ ਜਥੇਦਾਰ ਸਾਹਿਬ ਦੀ ਜਾਂਚ ਕਮੇਟੀ ਕਹਿੰਦੀ ਆ ਕਿ 2015 'ਚ ਸਰੂਪ ਗਾਇਬ ਸੀ, ਲੈਜਰਾਂ ਦੇ ਵਿੱਚ ਥਾਂ ਥਾਂ ਤੇ ਕੱਚੀ ਪੈਨਸਲ ਨਾਲ ਕਟਿੰਗ ਕੀਤੀ ਹੋਈ ਸੀ। ਇਸੇ ਕਰਕੇ ਕਿਹਾ ਬੇਈਮਾਨੀ ਤੇ ਅਣਗਹਿਲੀ। ਲੇਕਿਨ ਉਸ ਆਡੀਟਰ ਸਾਹਿਬ ਦੀ ਰਿਪੋਰਟ ਜਿਹੜੀ ਆ, ਜਿਹੜੀ ਲਿਖਤੀ ਸ਼ਿਕਾਇਤ 2018 ਚ 11/7/2018 ਨੂੰ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਜਿਹੜੀ ਕਾਰਜਕਾਰਨੀ ਸੀ, ਸਾਰੀ ਨੂੰ ਭੇਜੀ ਗਈ ਕਿ ਤੁਸੀਂ 2012-13 ਤੇ 2013-14 ਦੇ ਜਿਹੜੇ ਤੁਹਾਡੇ ਖਾਤੇ ਨੇ, ਉਹ ਕਈ ਵਾਰੀ ਬੈਲੈਂਸ ਕੀਤੇ ਨੇ, ਅਨਬੈਲੈਂਸ ਨੇ, ਕੱਚੀ ਪੈਨਸਲ ਨਾਲ ਖਾਤੇ ਲਿਖੇ ਹੋਏ ਨੇ। ਔਰ ਤੁਹਾਡੇ ਜਿਹੜੇ ਮੀਤ ਸਕੱਤਰ ਆਡਿਟ ਨੇ, ਉਹ ਤੇ ਅੱਗੇ ਗਾਲਾਂ ਕੱਢਦੇ ਨੇ ਸਾਨੂੰ। ਤੁਸੀਂ ਇਹ ਦੇਖੋ, ਇਹ ਤਾਂ 2015 ਦੀ ਗੱਲ ਕਰਦੇ ਨੇ, ਉਹ 2012-13 ਦਾ ਚਿੱਠਾ ਖੋਲ ਕੇ ਬੈਠੇ ਨੇ। ਜਦੋਂ ਤਰੁੱਟੀਆਂ ਉੱਥੋਂ ਤੁਰੀਆਂ ਹੋਈਆਂ ਸੀ ਔਰ ਕਿਸੇ ਵੀ ਸ਼ਖਸ ਨੇ ਇਸ
ਅਦਾਰੇ ਦੀ ਇਹ ਤਰੁੱਟੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਭਾਵੇਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਆਪਣੀ ਪਿੱਠ ਥਾਪੜੇ ਕਿ ਜਥੇਦਾਰ ਸਾਹਿਬ ਨੇ ਜਾਂਚ ਕਰਾਈ, ਅਸੀਂ ਫੈਸਲਾ ਲਿਆ, ਸਾਰੇ ਟੁੰਗ ਦਿੱਤੇ, ਇਹੋ ਹੀ ਲਫ਼ਜ਼ ਵਰਤੇ ਜਾਂਦੇ ਨੇ। ਲੇਕਿਨ ਜਦੋਂ ਇਹਨਾਂ ਨੂੰ ਇਹ ਪੁੱਛਿਆ ਜਾਏਗਾ ਕਿ ਜਿਹੜੀ 2018 ਦੀ ਕਾਰਜਕਾਰਨੀ ਸੀ ਜਿਹਦੇ ਕੋਲ ਸ਼ਿਕਾਇਤ ਗਈ ਸੀ ਤਾਂ ਹਰਪਾਲ ਸਿੰਘ ਹੋਰਾਂ ਦੀ, ਉਸ ਵੇਲੇ ਲੌਂਗੋਵਾਲ ਸਾਹਿਬ ਪ੍ਰਧਾਨ ਸਨ, ਬਿਲਕੁਲ ਉਸ ਵੇਲੇ ਕੀ ਕਾਰਵਾਈ ਹੋਈ ਸੀ? ਜਦੋਂ ਪਤਾ ਲੱਗ ਗਿਆ ਸੀ ਕਿ ਸਭ ਅੱਛਾ ਨਹੀਂ ਹੈ, ਫਿਰ 2 ਸਾਲ ਹੋਰ ਕਿਉਂ ਉਡੀਕਿਆ ਗਿਆ? ਬਿਲਕੁਲ ਠੀਕ ਹੈ, 2 ਸਾਲ। ਹੁਣ ਤੇ ਚਾਰਟਰਡ ਅਕਾਊਂਟੈਂਟ ਜਿਹੜਾ ਕੋਹਲੀ ਐਸੋਸੀਏਟਸ ਦਾ ਦਫ਼ਤਰ ਬੰਦ ਕੀਤਾ ਗਿਆ ਨਾ ਕੱਲ, ਲੇਕਿਨ ਜਦੋਂ 2017 ਦੇ ਵਿੱਚ 18 ਦੇ ਵਿੱਚ ਸਾਹ ਹਰਪਾਲ ਸਿੰਘ ਨੇ ਇਹ ਲਿਖਤੀ ਪੁੱਛਿਆ ਕਿ ਸ਼੍ਰੋਮਣੀ ਕਮੇਟੀ ਨੇ ਕੋਹਲੀ ਐਸੋਸੀਏਟਸ ਨਾਲ ਕੀ ਲਿਖਤੀ ਸਮਝੌਤਾ ਕੀਤਾ, MOU ਲਫ਼ਜ਼ ਵਰਤਿਆ ਹੈ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਮੇਰੇ ਸਾਹਮਣੇ ਰੱਖੋ, ਕਿਸੇ ਨੇ ਉਹ MOU ਨਹੀਂ ਦਿੱਤਾ ਜੀ। ਕਿ ਇਹ ਕਿਉਂ ਲੁਕੋਇਆ ਗਿਆ ਸੀ MOU? ਫਿਰ ਬਿਲਕੁਲ ਠੀਕ ਹੈ, ਕਿੰਨੀ ਤਨਖਾਹ ਦਿੱਤੀ ਗਈ ਉਹਦਾ ਵੇਰਵਾ ਨਹੀਂ ਦਿੱਤਾ ਗਿਆ ਉਸ ਸ਼ਖਸ ਨੂੰ ਜਿਹੜਾ ਇੱਕ ਸਰਕਾਰੀ ਆਡੀਟਰ ਸੀ। ਉਲਟਾ ਉਹਨੂੰ ਧਮਕੀ ਦਿੱਤੀ ਕਿ ਤੂੰ ਸਾਨੂੰ ਗੁੰਮਰਾਹ ਕਰਦਾ, ਨਹੀਂ ਤੇ ਤੇਰੀ ਤਨਖਾਹ ਵੀ ਰੋਕਾਂਗੇ ਔਰ ਤੈਨੂੰ ਬਲੈਕਲਿਸਟ ਵੀ ਕਰਾਵਾਂਗੇ ਮਿਨਿਸਟਰੀ ਤੋਂ। ਹੁਣ ਔਰ ਇਸ ਪੱਧਰ ਦੀ ਜੇ ਕਾਰਵਾਈਆਂ ਹੋ ਰਹੀਆਂ ਸੀ ਤੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ, ਮਤਲਬ ਐਗਜ਼ੀਕਿਊਟਿਵ ਬਾਡੀ ਦੇ ਪ੍ਰਧਾਨ ਕਿਉਂ ਨਾ ਆਏ? ਉਦੋਂ ਦੇ ਚੀਫ ਸੈਕਟਰੀ ਬੇਬਸ ਸਨ। ਨਹੀਂ, ਮੈਂ ਉਹੀ ਕਿਹਾ, ਬੇਸ਼ੱਕ ਸੁਣਿਆ ਕਿ ਉਹਨੂੰ ਜਿਹੜੀ ਸਰਪ੍ਰਸਤੀ ਵੱਡੇ ਘਰੋਂ ਸੀ, ਸੁਣਿਆ ਤਾਂ ਹੀ ਬੇਬਸ ਸਨ। ਹੁਣ ਜਦੋਂ 7.5 ਕਰੋੜ ਦਾ ਚੋਣਾ ਲੱਗਿਆ, ਸਵਾਲ ਤਾਂ ਲੋਕ ਇਹ ਵੀ ਕਰਦੇ ਆ, ਇਹ ਭਰਪਾਈ ਕਿੱਦਾਂ ਕਰਨੀ ਹੈ, ਕਿੰਨੀ ਦੇਰ ਚ ਹੋਊਗੀ, ਪੈਸੇ ਜਮਾ ਹੋਣਗੇ ਵੀ ਕਿ ਨਹੀਂ ਹੋਣਗੇ? ਸੋ ਸਵਾਲ ਇਸ ਤੋਂ ਵੀ ਅਗਲੇ ਤੁਰੇ ਫਿਰਦੇ ਆ ਸਰਦਾਰ ਸਾਹਿਬ ਕਿ ਜੇਕਰ ਇਹ ਸਾਰਾ ਕੁਝ ਸਿਆਸੀ ਤੌਰ ਤੇ ਆਪਣੇ ਆਪ ਨੂੰ ਸਟੇਬਲ ਕਰਨ ਲਈ, ਗਲਤੀਆਂ ਨੂੰ ਦਰੁਸਤ ਕਰਨ ਲਈ ਕੀਤਾ ਹੈ, ਤੇ ਮੈਨੂੰ ਇੰਜ ਲੱਗਦਾ ਕਿ ਇਸ ਕਾਰਵਾਈ ਤੋਂ ਬਾਅਦ ਇੰਨੇ ਸਵਾਲ ਉੱਠਣ ਵਾਲੇ ਆ ਅੱਗੇ, ਜਿਹੜੇ ਲੋਕ ਇਸ ਵੇਲੇ ਸ਼ੱਕ ਦੇ ਦਾਇਰੇ ਚ ਆਏ ਆ। ਜੇ ਤਾਂ ਸਿਰਫ ਕ੍ਰਾਈਮ ਉਹਨਾਂ ਵੱਲੋਂ ਹੀ ਕੀਤਾ ਗਿਆ, ਫਿਰ ਤਾਂ ਮੰਨ ਲੈਣਾ ਚਾਹੀਦਾ ਕਿ ਇਹ ਗੱਲ ਠੱਪ ਹੋ ਜੂ। ਬੜਾ ਆਈਡੀਅਲ ਕਿਸਮ ਦਾ, ਬਿਨਾਂ ਸਿਆਸੀ ਲੋਕਾਂ ਨੂੰ ਸੇਕ ਲਾਇਆ, ਮੁਲਾਜ਼ਮਾਂ ਦੇ ਉੱਤੇ ਤਲਵਾਰ ਡੇਕ ਕੇ ਇਹ ਬੜਾ ਆਈਡੀਅਲ ਫੈਸਲਾ ਮੰਨ ਲਿਆ ਜਾਵੇ, ਖੁਸ਼ ਹੋ ਲਿਆ ਜਾਵੇ, ਕਾਲਰ ਚੱਕ ਲਈ ਜਾਵੇ। ਲੇਕਿਨ ਜੇਕਰ ਦੂਜੇ ਪਾਸੇ ਇਹ ਸਾਰੇ ਕੁਝ ਨਾਲ ਬੇਚੈਨੀ ਦਾ ਪੱਧਰ ਬਹੁਤ ਵੱਧ ਗਿਆ ਤੇ ਫਿਰ ਦੇਰ ਸਵੇਰ ਚੀਫ ਸੈਕਟਰੀ ਤੋਂ ਲੈ ਕੇ ਥੱਲੇ ਦੇ ਕਲਰਕ ਤੱਕ ਜਿਹੜੇ ਵੀ ਘੇਰੇ ਚ ਆਏ ਆ, ਜਿਨ੍ਹਾਂ ਨੂੰ ਵਿਸੇਕ ਲੱਗ ਰਿਹਾ, ਸਾਰੇ ਬੋਲਣਗੇ। ਫਿਰ ਹੌਲੀ ਹੌਲੀ ਸੇਕ ਉੱਥੋਂ ਤੱਕ ਜਾਣਾ ਹੈ ਜਿਹੜੇ ਸੇਕ ਤੋਂ ਬਚਣ ਦਾ ਯਤਨ ਕਰਦੇ ਆ, ਜੇ ਸੱਚ ਹੋਇਆ। ਸੋ ਅੰਦਰ ਦੀਆਂ ਕਨਸੋਆਂ ਤੇ ਇਹ ਨੇ ਕਿ ਮੈਂ ਤੇ ਉਹੀ, ਜਦੋਂ ਜੋ ਇਹਨਾਂ ਨੇ ਪ੍ਰੈਸ ਨੋਟ ਜਾਰੀ ਕੀਤੇ ਨੇ, ਬੜਾ ਸਾਫ਼ ਹੈ ਕਿ ਜਥੇਦਾਰ ਸਾਹਿਬ ਨੇ ਉਦੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ। ਉਹ ਪ੍ਰੈਸ ਨੋਟ ਸਾਡੇ ਕੋਲ ਇੱਕ ਦਸਤਾਵੇਜ਼ ਵਜੋਂ ਮੌਜੂਦ ਹੈ। ਇੱਕ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤਾ ਪ੍ਰੈਸ ਨੋਟ ਦੇ ਵਜੋਂ। ਲੇਕਿਨ ਸਵਾਲ ਇਹ ਸੀ, ਉਸ ਦਿਨ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਇੱਕ ਸਵਾਲ ਕੀਤਾ ਸੀ ਕਿ ਕਿੱਡਾ ਚੰਗਾ ਹੁੰਦਾ ਜੇ ਜਥੇਦਾਰ ਸਾਹਿਬ ਉਹ 10 ਪੇਜ ਦਾ ਜਿਹੜਾ ਬਕਾਇਦਾ ਹੁਕਮ ਸੀਗਾ, ਕਮਿਸ਼ਨ ਦੀ ਫਾਈਂਡਿੰਗ ਸੀ, ਉਹ ਸਾਡੇ ਕੋਲ ਛੱਡ ਦਿੰਦੇ ਸੰਗਤ ਦੇ ਕੋਲ, ਜਨਤਕ ਕਰ ਦਿੰਦੇ। ਲੇਕਿਨ ਨਹੀਂ ਹੋਇਆ। ਲੇਕਿਨ ਹੁਣ ਸਵਾਲ ਇਹ ਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਜਦੋਂ ਫੈਸਲਾ ਕਰਦੀ ਆ, ਇਹਨਾਂ ਨੇ ਬਕਾਇਦਾ ਸਾਬਕਾ ਚੀਫ ਸਕੱਤਰ ਜਿਹੜੇ ਸਾਹ ਹਰਚਰਨ ਸਿੰਘ ਨੇ, ਉਹਨਾਂ ਨੂੰ ਚੰਗਾ ਰਗੜਾ ਲਾਇਆ, ਪੂਰੀਆਂ ਜਿਹਨੂੰ ਪੰਜਾਬੀ ਜੀ ਕਹਿੰਦੇ ਨਾ, ਮਨ ਦੀ ਭੜਾਸ ਕੱਢੀ ਉਹਦੇ ਬਾਰੇ। ਲੇਕਿਨ ਉਹ ਸਾਡੇ ਨਾਲ ਗੱਲ 'ਚ ਇਹ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਪੀਰੀਅਡ ਆ ਉਹਦੇ ਵਿੱਚ ਆਉਂਦਾ ਹੀ ਨਹੀਂ। ਤੁਸੀਂ ਦੱਸ ਦਿਓ, ਕਲੀਅਰ ਕਰ ਦਿਓ। ਗੱਲ ਤੇ ਫਿਰ ਉੱਥੇ ਆ ਗਈ ਨਾ, ਇਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਥੱਲੇ ਮੁਲਾਜ਼ਮਾਂ ਦੀਆਂ ਗਲਤੀਆਂ ਦੇਖ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਕੀਤੀ। ਲੇਕਿਨ ਜੇ ਤੱਥ ਦੇਖੇ ਜਾਣ, ਕਿਉਂਕਿ ਜਦੋਂ ਸਾਹ ਹਰਚਰਨ ਸਿੰਘ ਦੀ ਨਿਯੁਕਤੀ ਹੁੰਦੀ ਹੈ, ਸ਼ਾਇਦ ਮੈਂ ਪਹਿਲਾ ਪੱਤਰਕਾਰ ਸਾਂ ਜਿਨ ਹਰਚਰਨ ਸਿੰਘ ਦੇ ਉੱਤੇ ਇੱਕ ਆਰਟੀਕਲ ਲਿਖਿਆ ਸੀ ਕਿ ਇਹ ਸ਼ਖਸ ਆ ਤੇ ਗਿਆ। ਇਹ ਤੋਂ ਪਹਿਲਾਂ ਜਿਹੜੇ ਚੀਫ ਸੈਕਟਰੀ ਆ ਸੀ, ਉਹਨਾਂ ਦਾ ਕੀ ਹਸ਼ਰ ਕੀਤਾ ਮੁਲਾਜ਼ਮਾਂ ਨੇ ਤੇ ਮੈਂਬਰਾਂ ਨੇ, ਉਹ ਇਹ ਨਹੀਂ ਜਾਣਦਾ। ਇਸ ਕਰਕੇ ਇਹਦੇ ਥੱਲੇ ਜਿਹੜੇ ਸਕੱਤਰ ਨੇ ਨਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਾਲਤੀ ਸ਼੍ਰੋਮਣੀ ਕਮੇਟੀ, ਉਹ ਇਹਨੂੰ ਟਿਕਣ ਨਹੀਂ ਦੇਣਗੇ। ਅੱਛਾ, ਮੇਰੀ ਤੇ ਹਰਚਰਨ ਸਿੰਘ ਦੀ ਪਹਿਲੀ ਸਤਿ ਸ੍ਰੀ ਅਕਾਲ ਇਹੋ ਹੀ ਸੀਗੀ ਪੱਤਰਕਾਰਤਾ ਦੇ ਵਿੱਚ ਕਿ ਭਾਈ ਤੂੰ ਆ ਗਿਆ ਜੀ ਆਇਆਂ ਨੂੰ, ਜੇ 5 ਪੈਸੇ ਵੀ ਸੁਧਾਰ ਕਰੇਗਾ ਤੇ ਤੇਰੇ ਨਾਲ ਕੋਈ ਖੜੇਗਾ, ਨਹੀਂ ਤੇ ਲੋਕ ਤੈਨੂੰ ਲਾਹਨਤਾਂ ਪੂਰੀਆਂ ਪਾਉਣਗੇ। ਲੇਕਿਨ ਹੁਣ ਇਹਨਾਂ ਨੇ ਫੈਸਲਾ ਕੀ ਦਿੱਤਾ ਕਿ ਸਾਹ ਹਰਚਰਨ ਸਿੰਘ ਨੇ ਬਕਾਇਦਾ ਸਾਰੇ ਦੋਸ਼ੀ ਨੇ, ਉਹ ਪ੍ਰਬੰਧ ਨਹੀਂ ਚਲਾ ਸਕੇ।
ਜੀ ਤੱਥ ਇਹ ਆ ਕਿ ਸਰਦਾਰ ਹਰਚਰਨ ਸਿੰਘ 27 ਜੁਲਾਈ 2015 ਨੂੰ ਮੁੱਖ ਸਕੱਤਰੀ ਦਾ ਅਹੁਦਾ ਸੰਭਾਲਦੇ ਨੇ। ਜੀ ਜਦੋਂ ਆਉਂਦੇ ਨੇ ਉਹਨਾਂ ਦਾ ਸਭ ਤੋਂ ਪਹਿਲਾ ਜਿਹੜਾ ਸਟੈਪ ਸੀ ਉਹ ਇਹੋ ਸੀ ਕਿ ਜਿੰਨੀਆਂ ਦਫ਼ਤਰੀ ਗੱਡੀਆਂ ਨੇ ਉਹਨਾਂ ਦੀ ਮੂਵਮੈਂਟ ਸਿਰਫ ਲੋੜ ਅਨੁਸਾਰ ਹੋਵੇ, ਤਾਂ ਕਿ ਜਿਹੜਾ ਪੈਟਰੋਲ ਦਾ ਵਾਧੂ ਖਰਚਾ ਆ ਉਹਦੇ ਤੇ ਜਿਹੜਾ ਦਬਾਅ ਬਣਾਇਆ ਜਾ ਸਕੇ, ਆਰਥਿਕਤਾ ਕਿਤੇ ਸੁਧਰੇ। ਹੁਣ 28/8/15 ਨੂੰ ਜਿਹੜੀ ਜਾਂਚ ਰਿਪੋਰਟ ਆ ਜਥੇਦਾਰ ਸਾਹਿਬ ਵਾਲੀ, ਉਹਦੇ ਚ ਲਿਖਿਆ 28/8/15 ਤੱਕ 328 ਸਰੂਪ ਗਾਇਬ ਸੀ। ਜੀ ਇਹਦਾ ਮਤਲਬ ਕਿ ਜਿਹੜੇ ਹਰਚਰਨ ਸਿੰਘ ਨੇ ਉਹਨਾਂ ਨੂੰ ਤੇ ਆਇਆਂ ਨੂੰ ਜੁਮਾ 20-22 ਦਿਨ ਹੋਇਆ ਸੀ, ਕੁਦਰਤੀ ਹੈ। ਤੇ ਉਹਨਾਂ ਦੇ ਵਿੱਚ ਕੀ ਭੂਮਿਕਾ ਰਹਿ ਗਈ ਫਿਰ? ਉਹਦੇ ਤੋਂ ਇਲਾਵਾ ਜਿਹੜਾ ਇੱਕ ਅਹਿਮ ਮਹਿਕਮਾ ਆ ਫਲਾਈਂਗ ਸਕਾਡ ਦਾ, ਜਿਹੜਾ ਸਭ ਤੋਂ ਜ਼ਿਆਦਾ ਹਰ ਕਮੇਟੀ ਪ੍ਰਧਾਨ ਦੇ ਨਾਲ ਚੱਲਦਾ, ਜਿੱਥੇ ਮਾੜੀ ਮੋਟੀ ਘਟਨਾ ਹੋਵੇ ਉਹ ਜਾ ਕੇ ਛਾਪੇਮਾਰੀ ਕਰਦੇ ਆ। ਉਸ ਫਲਾਈਂਗ ਸਕਾਡ ਮਹਿਕਮੇ ਦਾ ਇਸ ਜਾਂਚ ਦੇ ਵਿੱਚ ਜ਼ਿਕਰ ਹੀ ਕੋਈ ਨਹੀਂ ਹੈ, ਉਹਦੀ ਭੂਮਿਕਾ ਹੀ ਕਿਤੇ ਨਹੀਂ ਹੈ ਜੀ, ਸਿਰਫ ਆਡਿਟ ਤੇ ਆ। ਲੇਕਿਨ ਇਹਨਾਂ ਨੂੰ ਸ਼ਾਇਦ ਜਾਂਚ ਕਮੇਟੀ ਨੂੰ, ਜਾਂਚ ਕਮਿਸ਼ਨ ਨੂੰ ਇਹ ਵੀ ਨਹੀਂ ਸੀ ਪਤਾ ਕਿ ਫਲਾਈਂਗ ਸਕਾਡ ਜਿਹੜੀ ਆ ਉਹ ਕਿਸੇ ਦਾ ਸਟਾਕ ਚੈੱਕ ਕਰ ਸਕਦੀ ਆ, ਜੀ ਛਾਪਾਮਾਰੀ ਕਰ ਸਕਦੀ ਆ। ਇੰਟਰਨਲ ਆਡੀਟਰ ਛਾਪਾਮਾਰੀ ਨਹੀਂ ਕਰ ਸਕਦੇ, ਜਾਣਗੇ ਪੂਰੀ ਟੀਮ ਲੈ ਕੇ ਤੇ ਸਟਾਕ ਨੂੰ ਟੈਲੀ ਕਰ ਲੈਣਗੇ ਕਿਤਾਬਾਂ ਨਾਲ। ਲੇਕਿਨ ਫਲਾਈਂਗ ਸਕਾਡ ਨੂੰ ਜਦੋਂ ਪਤਾ ਲੱਗ ਗਿਆ ਕਿ ਅੱਜ ਇੰਨੇ ਪਾਵਨ ਸਰੂਪ ਅਗਨ ਭੇਟ ਹੋ ਗਏ ਆ, ਫਲਾਈਂਗ ਸਕਾਡ ਦੀ ਕੀ ਰਿਪੋਰਟ ਸੀ? ਜੀ ਆਖਿਰਕਾਰ ਇਹ ਜਿੰਨੇ ਅਧਿਕਾਰੀ ਇਸ ਵੇਲੇ ਤੁਰੇ ਫਿਰਦੇ ਨੇ, ਇਹ ਸਮੇਂ-ਸਮੇਂ ਜਾਂ ਕੋਈ ਮੱਕੜ ਦਾ ਪੀਏ ਰਿਹਾ, ਕੋਈ ਲੌਂਗੋਵਾਲ ਦਾ ਪੀਏ ਰਿਹਾ, ਤੇ ਕੋਈ ਅੱਜ ਹੈ ਕੋਈ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਪੀਏ ਰਿਹਾ। ਇਹਨਾਂ ਸਾਰਿਆਂ ਨੇ ਆਨੰਦ ਮਾਣਿਆ ਹੋਇਆ, ਆਖਿਰਕਾਰ ਇਹ ਚੁੱਪ ਕਿਉਂ ਰਹੀ? ਸਰਦਾਰ ਸਾਹਿਬ, ਅੱਜ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਸਵਾਲ ਉਠਾਉਂਦੇ ਆ, ਬੜਾ ਵੱਡਾ ਸਵਾਲ ਹੈ ਜੀ। ਉਹ ਕਹਿੰਦੇ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਖਰਾਬੀ ਕਰੇ ਉਹਨੂੰ ਕਹਿੰਦੇ ਇਹਨੂੰ ਪਬਲਿਕੇਸ਼ਨ 'ਚ ਸੁੱਟ ਦਿਓ, ਜਿਹੜਾ ਅਧਿਕਾਰੀ ਚੰਗਾ ਨਾ ਹੋਵੇ ਉਹਨੂੰ ਕਹਿੰਦੇ ਪਬਲਿਕੇਸ਼ਨ ਚਲਾ ਦਿਓ। ਉਹ ਕਹਿੰਦੇ ਕਿ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਕਮੇਟੀ ਦਾ 5ਵੇਂ, 4ਥੇ, 5ਵੇਂ, 6ਵੇਂ ਨੰਬਰ ਦਾ ਵਿਭਾਗ ਮੰਨਿਆ ਜਾਂਦਾ, ਇਹਦੀ ਕੋਈ ਤਰਜੀਹ ਹੈ ਨਹੀਂ। ਉਹ ਕਹਿੰਦੇ ਦੇਖੋ ਕਿੱਡੀ ਸਿਤਮ ਦੀ ਗੱਲ ਆ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਾਈ ਅਧੀਨ ਹੋਣ, ਉਸ ਪਬਲਿਕੇਸ਼ਨ ਵਿਭਾਗ ਦੀ ਅਹਿਮੀਅਤ ਕੋਈ ਨਾ ਹੋਵੇ। ਹੁਣ ਇਹ ਵੱਡੇ ਸਵਾਲ ਆ ਕਿ ਫਿਰ ਅਹਿਮੀਅਤ ਕਿੰਨਾ ਥਾਵਾਂ ਦੀ ਹੈ, ਜਿਨ੍ਹਾਂ 'ਚ ਮਾਇਆ ਦਾ ਆਉਣਾ ਜਾਣਾ, ਜਿਨ੍ਹਾਂ ਦੇ ਵਿੱਚ ਤਾਕਤ ਹੈ, ਜਿਨ੍ਹਾਂ ਦੇ ਵਿੱਚ ਮੁਲਾਜ਼ਮ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਏਡੇ ਵੱਡੇ ਅਹੁਦੇ ਤੇ ਬੈਠਾ ਬੰਦਾ, ਜਿਹੜਾ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਤਰੀਕੇ ਨਾਲ ਭਾਵੇਂ ਪ੍ਰਚਾਰਕ ਹੋਣ ਜਾਂ ਜਿਸ ਤਰੀਕੇ ਨਾਲ ਵੀ ਉਹ ਇਹਦੇ ਨਾਲ ਜੁੜੇ, ਤਾਂ ਮਤਲਬ ਉਹਨਾਂ ਨੂੰ ਅੰਦਰਲੇ ਭੇਤਾਂ ਦਾ ਪਤਾ ਹੈ, ਲੇਕਿਨ ਉਹ ਸਾਫ਼ ਕਹਿੰਦੇ ਆ। ਹੋਰ ਵੀ ਬੜੇ ਸਵਾਲ ਉਠਾਏ ਆ ਸਿੰਘ ਸਾਹਿਬ ਨੇ ਕਿ ਸਿੱਖਾਂ ਦੇ ਮਸਲੇ ਬੜੇ ਐਡਰੈਸ ਨਹੀਂ ਹੁੰਦੇ। ਬਰਗਾੜੀ ਮਾਮਲੇ ਦੇ ਵਿੱਚ ਉਹਨਾਂ ਕਿਹਾ ਸਾਨੂੰ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਉਹਨਾਂ ਨੇ RSS ਦੇ ਮਾਮਲੇ 'ਚ ਗੱਲ ਕੀਤੀ ਹੈ। ਉਹਨਾਂ ਨੇ ਸੈਂਟਰ ਦੀਆਂ ਗਵਰਨਮੈਂਟਸ ਦੇ ਵੱਲੋਂ ਕੀਤੀਆਂ ਜਾਂਦੀਆਂ ਸਾਰੀਆਂ ਦੀਆਂ ਸਾਰੀਆਂ ਜ਼ਿਆਦਤੀਆਂ ਦਾ ਜ਼ਿਕਰ ਕੀਤਾ, ਬੜੇ ਮਸਲੇ ਉਠਾਏ ਆ। ਪਰ ਕੁੱਲ ਮਿਲਾ ਕੇ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਕਿ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਜੇ ਅਸੀਂ ਇਸ ਜਾਂਚ ਨੂੰ ਸਿਰੇ ਲਾ ਪਾਏ, ਜਿਹੜੀ ਜ਼ਿੰਮੇਵਾਰੀ ਸ਼ਾਇਦ ਕਹਿੰਦੇ ਜੀ ਜੇ ਕਿਤੇ ਤੇਲ ਦਾ ਮਸਲਾ ਹੁੰਦਾ, ਕਿਧਰੇ ਲੰਗਰਾਂ ਦਾ ਮਸਲਾ ਹੁੰਦਾ ਜਾਂ ਕੋਈ ਹੋਰ ਹੇਰਾਫੇਰੀ ਦਾ ਹੁੰਦਾ, ਮੈਂ ਕਦੇ ਉਹ ਜਾਂਚ ਦਾ ਹਿੱਸਾ ਨਾ ਲੈਂਦਾ, ਸਵੀਕਾਰ ਨਾ ਕਰਦੇ। ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਆਧਾਰ ਹੈ, ਜੇਕਰ ਉਹਦੇ ਮਾਮਲੇ 'ਚ ਕੋਈ ਗੱਲ ਹੋਈ ਸੀ ਤੇ ਮੈਂ ਇਹਨੂੰ ਅੱਗੇ ਵੱਧ ਕੇ ਹਾਂ ਕੀਤੀ। ਫਿਰ ਮਨ ਤੇ ਬੋਝ ਸੀ, ਲੇਕਿਨ ਜਦੋਂ ਹੁਕਮਨਾਮਾ ਹੱਕ 'ਚ ਆਇਆ ਤੇ ਫਿਰ ਅਸੀਂ ਯੁੱਧ ਛੇੜ ਦਿੱਤਾ। ਔਰ ਟੀਮ ਨੇ ਮੈਨੂੰ ਕਿਹਾ ਸੀ ਕਿ ਜੇਕਰ ਅਸੀਂ ਇਨਕੁਆਇਰੀ ਕਰਕੇ ਰਿਪੋਰਟ ਦੇਵਾਂਗੇ, ਲਾਗੂ ਕਰਨੀ ਪਊਗੀ। ਉਹ ਕਹਿੰਦੇ ਜੀ ਮੈਂ ਫੈਸਲਾ ਕਰ ਲਿਆ ਸੀ ਵੀ ਲਾਗੂ ਕਰਵਾਉਂਗਾ, ਜੇ ਨਾ ਕਰਵਾ ਸਕਿਆ ਤੇ ਫਾਰਗ ਹੋ ਜਾਊਗਾ। ਸੋ ਸਵਾਲ ਇਹ ਆ ਕਿ ਅੱਜ ਜਥੇਦਾਰ ਸਾਹਿਬ ਇਹਨੂੰ ਠੀਕ ਦਿਸ਼ਾ ਵਿੱਚ ਲੈ ਕੇ ਜਾਂਦੇ ਕੰਮ, ਇਹਦੀ ਨਿਗਰਾਨੀ ਕਰਨਗੇ ਕਿ ਨਹੀਂ ਕਰਨਗੇ? ਇੱਕ ਸਵਾਲ ਉਹਨਾਂ ਹੋਰ ਖੜਾ ਕਰਤਾ, ਕਹਿੰਦੇ ਜੇ ਚਾਹਣਗੇ ਤੇ ਅੱਗੇ ਵੀ ਜਾਂਚ ਕਰਾ ਦੇਾਂਗੇ। ਹੁਣ ਸਵਾਲ ਇਹ ਆ ਕਿ ਜਾਂਚ ਇਹਦਾ ਮਤਲਬ ਹੈ ਕਿ ਸਾਰੇ ਢਾਂਚੇ ਦੀ ਹੋਣ ਵਾਲੀ ਆ। ਸੋ ਸਰਦਾਰ ਸਾਹਿਬ, ਇਹ ਵੱਡੇ ਸਵਾਲ ਨੇ, ਅਸੀਂ ਇਹਨਾਂ ਦੇ ਉੱਤੇ ਨਜ਼ਰ ਰੱਖਾਂਗੇ। ਤੁਸੀਂ ਜਿਹੜੇ ਉਹਨਾਂ ਘੇਰਿਆਂ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੱਲ ਕਰਨ ਵਾਲੀ ਹੈ, ਨਜ਼ਰ ਬਣਾਈ ਰੱਖੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸਭ ਤੋਂ ਪਹਿਲੀ ਗੱਲ ਤੇ ਜਦੋਂ ਜਥੇਦਾਰ ਸਾਹਿਬ ਜੀ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਨੇ ਜੀ, ਪ੍ਰਚਾਰਕਾਂ ਦੀ ਗੱਲ ਕਰਦੇ ਨੇ, ਲੇਕਿਨ ਮੈਂ ਅੱਜ ਇੱਕ ਜਥੇਦਾਰ ਸਾਹਿਬ ਨੂੰ ਇਸ ਮੰਚ ਤੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਦੇ ਜਾ ਕੇ ਦੇਖੋ ਕਿ ਜਦੋਂ ਤੁਹਾਡੇ ਢਾਡੀ ਜਥੇ ਆਉਂਦੇ ਨੇ ਅਕਾਲ ਤਖਤ ਸਾਹਿਬ ਤੇ, ਜਿਸ ਅਕਾਲ ਤਖਤ ਸਾਹਿਬ ਦੇ ਤੁਸੀਂ ਜਥੇਦਾਰ ਹੋ, ਕਦੀ ਉਹਨਾਂ ਢਾਡੀ ਜਥਿਆਂ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਤੁਸੀਂ? ਜੀ
ਉਹ ਢਾਡੀ ਜਿੱਥੇ ਪਰਿਕਰਮਾ ਦੀ ਇੱਕ ਪਾਸੇ ਆ ਕੇ ਬੈਠੇ ਹੁੰਦੇ ਨੇ, ਉਹਨਾਂ ਦੇ ਬੈਠਣ ਲਈ ਕੋਈ ਤੁਸੀਂ ਜਗ੍ਹਾ ਨਹੀਂ ਬਣਾ ਸਕੇ ਵੱਖਰੀ ਜੀ। ਜਿਹੜੇ ਪ੍ਰਚਾਰਕ ਤੁਹਾਡੇ ਇਸ ਵੇਲੇ ਜੋ ਕੁਝ ਅਸੀਂ ਆ ਲਾਕਡਾਊਨ ਦੇ ਵਿੱਚ ਦੇਖਿਆ, ਤਾਲਾਬੰਦੀ 'ਚ ਦੇਖਿਆ, ਕੀ ਆ ਤੁਹਾਡੇ ਪ੍ਰਬੰਧ ਹੇਠਲੇ ਗ੍ਰੰਥੀ ਸਾਹਿਬਾਨ ਜਿਨ੍ਹਾਂ ਨੂੰ 4-4 ਮਹੀਨੇ ਤੁਸੀਂ ਕੋਈ ਅਖੰਡ ਪਾਠ ਦੀ ਭੇਟਾ ਨਹੀਂ ਦਿੱਤੀ, ਉਹਨਾਂ ਦੀ ਮਦਦ, ਆਰਥਿਕ ਮਦਦ ਕਰਨ ਲਈ ਬਾਹਰੋਂ ਜਥੇਬੰਦੀਆਂ ਆਈਆਂ ਰਾਸ਼ਨ ਦੇਣ ਲਈ। ਤੁਹਾਡੀ ਸ਼੍ਰੋਮਣੀ ਕਮੇਟੀ ਕਿੱਥੇ ਸੀ? ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਸੀ, ਤੁਸੀਂ ਕਿੱਥੇ ਸੀ ਉਸ ਵੇਲੇ ਹਾਂ ਦਾ ਨਾਰਾ ਮਾਰਨ ਲਈ? ਔਰ ਦੂਸਰੀ ਗੱਲ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਮਸਲਾ ਸਿਆਸਤ ਦੇ ਵਿੱਚ ਉਲਝ ਜਾਏ ਉਹ ਤਣ ਪੱਤਰ ਨਹੀਂ ਲੱਗਦਾ। ਮੇਰਾ ਸਵਾਲ ਛੋਟਾ ਜਿਹਾ ਕਿ ਜਥੇਦਾਰ ਸਾਹਿਬ, ਇਹ ਜਿੰਨੇ ਐਗਜ਼ੈਕਟਿਵ ਮੈਂਬਰ ਬੈਠੇ ਨੇ, ਜਿੰਨਾ ਜਨਰਲ ਹਾਊਸ ਸ਼੍ਰੋਮਣੀ ਕਮੇਟੀ ਦਾ ਬੈਠਾ, ਇਹ ਸਾਰਾ ਸਿਆਸੀ ਆ। ਲੇਕਿਨ ਉਹ ਇਹ ਵੀ ਨਾਲ ਕਹਿੰਦੇ ਆ ਕਿ ਸਿੱਖ ਧਰਮ ਦੀ ਖੂਬਸੂਰਤੀ ਹੈ ਕਿ ਇਹਦੇ ਵਿੱਚ ਧਰਮ ਤੇ ਸਿਆਸਤ ਨਾਲ ਨਾਲ ਚੱਲਦੀ ਹੈ, ਹਾਲਾਂਕਿ ਧਰਮ ਦਾ ਸਥਾਨ ਉੱਚ ਹੈ। ਗੱਲ ਤੇ ਫਿਰ ਉਹੀ ਆ ਕਿ ਜਦੋਂ ਲਫ਼ਜ਼ ਹੈਗਾ ਸਿਆ ਤੇ ਸਤ ਜੀ, ਤੇ ਫਿਰ ਧਰਮ ਜਿਹੜਾ ਉਹ ਸੱਚਾਈ ਤੇ ਖੜਾ ਹੈ, ਸਿਆਸਤ ਝੂਠ ਤੇ ਖੜੀ ਆ। ਤੇ ਜਦੋਂ ਸਿਆਸਤ ਜਿਹੜੀ ਧਰਮ ਦੇ ਕੁੰਡੇ ਹੇਠ ਨਹੀਂ ਹੈ, ਜਦੋਂ ਫੈਸਲਾ ਜਿਹੜਾ ਐਗਜ਼ੈਕਟਿਵ ਦਾ ਫੈਸਲਾ ਲਿਆ ਗਿਆ, ਜਦੋਂ ਉਹ ਫੈਸਲਾ ਸ਼੍ਰੋਮਣੀ ਕਮੇਟੀ ਦੇ ਸਬ ਆਫਿਸ ਵਿੱਚ ਬੈਠ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀ ਹਾਜ਼ਰੀ 'ਚ ਲਿਆ ਜਾਂਦਾ ਵੀ ਕਿਹਨੂੰ ਕਿੱਥੇ ਰੱਖਣਾ, ਫਿਰ ਕਿਹੜਾ ਫੈਸਲਾ? ਫਿਰ ਫੈਸਲਾ ਜਥੇਦਾਰ ਸਾਹਿਬ ਦਾ ਨਾ ਹੋਇਆ, ਜਾਂ ਤੇ ਐਗਜ਼ੈਕਟਿਵ ਜਥੇਦਾਰ ਸਾਹਿਬ ਕੋਲ ਬੈਠ ਜਾਂਦੀ ਆ ਕੇ ਸਾਰੀ, ਤੇ ਸਿੰਘ ਸਾਹਿਬ ਤੁਸੀਂ ਫੈਸਲਾ ਕੀਤਾ, ਹੁਕਮ ਕਰੋ ਕਿਸ ਤਰ੍ਹਾਂ ਦੀ ਸਜ਼ਾ ਦੇਈਏ ਨਾ ਸਾਰਿਆਂ ਨੂੰ। ਹੋ ਸਕਦਾ ਸਜ਼ਾ ਇਸ ਤੋਂ ਵੱਧ ਮਸਾਲੀ ਹੁੰਦੀ। ਐਕਟ ਦੇ ਹਿਸਾਬ ਨਾਲ ਬਿਲਕੁਲ ਅਜੇ ਵੀ ਕਈ ਤਰੁੱਟੀਆਂ ਨੇ ਜੋ ਕਰਨ ਵਾਲੀਆਂ ਨੇ। ਸਰਦਾਰ ਸਾਹਿਬ, ਇਹ ਬਹਿਸ ਚੱਲਦੀ ਰਹੂਗੀ ਔਰ ਇਹਨੂੰ ਛੇੜ ਕੇ ਰੱਖਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।